ਰੱਬ ਕਿਹਨੇ ਬਣਾਇਆ, ਕਿਵੇਂ ਬਣਾਇਆ, ਕਿਉਂ ਬਣਾਇਆ, ਰੱਬ ਹੈ ਕਿ ਨਹੀਂ ਹੈ, ਧਰਮ ਦਾ ਅਸਲ ਮਤਲਬ ਕੀ ਹੈ, what do you mean by spirituality and what does it mean to be religious। ਕੀ ਰੱਬ ਕਿਸੇ ਅੰਧ ਵਿਸ਼ਵਾਸ ਤੋਂ ਘੱਟ ਹੈ। ਆਪਾਂ ਬਹੁਤ ਵਾਰ ਸੁਣਿਆ ਕਿ ਲੋਕ ਬਾਬਿਆਂ, ਡੇਰਿਆਂ, ਸਾਧੂਆਂ, ਸਾਈਆਂ, ਮੜੀਆਂ, ਮਸੀਤਾਂ, ਧਾਗੇ, ਟੂਣਿਆਂ, ਕਾਲੇ ਜਾਦੂਆਂ, ਜੋਸ਼ੀਆਂ ਪਿੱਛੇ ਲੱਗੇ ਹੋਏ ਆ ਕਿ ਜੀ ਸਭ ਦੇ ਸਭ ਪਾਗਲ ਨੇ, ਇਹਨਾਂ ਦੇ ਦਿਮਾਗ ਹਿੱਲੇ ਹੋਏ ਨੇ। ਇੱਥੇ ਤਾਂ ਤੁਸੀਂ ਐਗਰੀ ਕਰੋਗੇ ਨਾ ਕਿ ਇਹ ਆਪਾਂ ਨੇ ਬੜਾ ਕੁਝ ਸੁਣਿਆ ਆ। ਹੁਣ ਇੱਕ ਗੱਲ ਆਪਣੇ ਕੋਲੋਂ ਪੁੱਛ ਲਓ ਕਿ ਜੇ ਉਹ ਆਪਣੇ ਅੰਧ ਵਿਸ਼ਵਾਸ ਕਰਕੇ ਕਿਸੇ ਪਿੱਛੇ ਲੱਗੇ ਹੋਏ ਆ ਤਾਂ ਤੁਸੀਂ ਵੀ ਤਾਂ ਕਿਸੇ ਰੱਬ ਨਾਂ ਦੇ ਅੰਧ ਵਿਸ਼ਵਾਸ ਪਿੱਛੇ ਲੱਗੇ ਹੋਏ ਹੋ। ਜਦ ਤੁਸੀਂ ਰੱਬ ਨੂੰ ਮਿਲੇ ਹੀ ਨਹੀਂ, ਗੱਲਬਾਤ ਕੀਤੀ ਹੋਈ ਨਹੀਂ, ਵੇਖਿਆ ਹੀ ਨਹੀਂ, ਤਾਂ ਫਿਰ ਅੰਧ ਵਿਸ਼ਵਾਸ ਹੀ ਹੈ ਨਾ। ਤੁਹਾਡੇ ਰੱਬ ਦਾ ਨਾਮ ਵੱਖਰਾ ਆ ਤੇ ਦੂਜੇ ਇਨਸਾਨਾਂ ਦੇ ਰੱਬ ਦਾ ਨਾਮ ਵੱਖਰਾ ਆ ਤੇ ਤਰੀਕਾ ਵੱਖਰਾ ਆ, ਤੇ ਫਿਰ ਇੱਕ ਨੂੰ ਗਾਲਾਂ ਜ਼ਿਆਦਾ ਕਿਉਂ ਤੇ ਦੂਜੇ ਨੂੰ ਗਾਲਾਂ ਘੱਟ ਕਿਉਂ। ਸਤਿ ਸ਼੍ਰੀ ਅਕਾਲ ਜੀ। ਲਾਸਟ ਵੀਕ ਆਪਾਂ ਗੱਲ ਕੀਤੀ ਸੀਗੀ ਮੈਡੀਟੇਸ਼ਨ ਬਾਰੇ। ਮੈਡੀਟੇਸ਼ਨ ਦੇ ਨਾਲ ਨਾਲ ਆਪਾਂ ਯੋਗਾ, ਚੱਕਰਸ, ਬ੍ਰੈਥ ਵਰਕ, ਚੈਂਟਿੰਗ ਇਹਦੇ ਬਾਰੇ ਗੱਲ ਕੀਤੀ ਸੀਗੀ। ਜਦ ਇਨਸਾਨ ਦੀ ਇਮੇਜਿਨੇਸ਼ਨ ਪੂਰੀ ਨਹੀਂ ਹੁੰਦੀ ਤਾਂ ਉਸ ਇਨਸਾਨ ਦੇ ਦਿਮਾਗ ਦੇ ਵਿੱਚ ਬਹੁਤ ਕੁਝ ਚੱਲਣ ਲੱਗ ਜਾਂਦਾ, ਬਹੁਤ ਸ਼ੋਰ ਸ਼ਰਾਬਾ ਹੋਣ ਲੱਗ ਜਾਂਦਾ। ਇਸ ਸ਼ੋਰ ਸ਼ਰਾਬੇ ਦਾ ਕੀ ਮਤਲਬ ਆ? ਇਮੇਜਿਨੇਸ਼ਨ ਦੇ ਨਾ ਪੂਰਾ ਹੋਣ ਤੇ ਜਦ ਤੁਹਾਡੇ ਥਾਟਸ ਨਿਊ ਥਾਟਸ ਬਣਾਉਂਦੇ ਨੇ, ਦੈਟ ਇਜ਼ ਸੈਡਨੈਸ, ਐਂਜ਼ਾਇਟੀ, ਡਿਪਰੈਸ਼ਨ, ਆਲ ਕਾਈਂਡ ਆਫ ਡਿਫਰੈਂਟ ਥਾਟਸ, ਇਹ ਤੁਹਾਡੇ ਦਿਮਾਗ ਦੇ ਅੰਦਰ ਤੁਹਾਨੂੰ ਤੋੜਨਾ ਮਰੋੜਨਾ ਸ਼ੁਰੂ ਕਰ ਦਿੰਦੇ ਨੇ। ਇਹ ਕਿੱਦਾਂ ਹੁੰਦਾ ਆ? ਜਦੋਂ ਇਮੇਜਿਨੇਸ਼ਨ ਪੂਰੀ ਨਹੀਂ ਹੁੰਦੀ, ਉਹਦੇ ਨਾਲ ਬਣੀ ਜਦੋਂ ਐਂਜ਼ਾਇਟੀ, ਡਿਪਰੈਸ਼ਨ, ਸੈਡਨੈਸ ਜ਼ਿਆਦਾ ਹੋ ਜਾਂਦੀ ਹੈ ਤਾਂ ਉਹੀ ਫਿਰ ਤੁਹਾਡੇ ਸਰੀਰ ਦੇ ਵਿੱਚ ਹੈਲਥ ਇਸ਼ੂਜ਼, ਜਿੱਦਾਂ ਕਿ ਤੁਹਾਡਾ ਸਿਰ ਦੁਖਣਾ, ਭੁੱਖ ਨਾ ਲੱਗਣੀ, ਹਾਰਟ ਅਟੈਕ ਵਰਗੇ ਇਸ਼ੂਜ਼ ਆ ਜਾਂਦੇ ਆ, ਫੇਂਟ ਹੁੰਦੇ ਰਹਿਣਾ, ਕਿਸੇ ਨਾਲ ਗੱਲ ਨਾ ਕਰਨੀ, ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ ਸਭ ਤੋਂ। ਟੂ ਸੇਵ yourself from such issues, then you start looking for some ways to quieten your mind। ਹੁਣ ਜਿਹੜੇ ਉਹ ਤਰੀਕੇ ਤੁਸੀਂ ਲੱਭਦੇ ਹੋ ਉਹਨਾਂ ਦੇ ਵਿੱਚ ਹੀ ਇਹ ਮੈਡੀਟੇਸ਼ਨ, ਯੋਗਾ ਜਾਂ ਬ੍ਰੈਥ ਵਰਕ ਵਰਗੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਲੈਟਸ ਸੇ ਵੀ ਰੀਲੀ ਵਾਂਟ ਟੂ ਹੈਲਪ ਆਵਰਸੈਲਫ। ਜਦੋਂ ਹੈਲਪ ਕਰਨੀ ਚਾਹੁੰਦੇ ਹੋ ਉਦੋਂ ਸਭ ਤੋਂ ਪਹਿਲਾਂ ਰੂਟ ਕਾਜ਼ ਵੱਲ ਜਾਣਾ ਬੜਾ ਜ਼ਰੂਰੀ ਹੈ। ਜੇ ਆਪਾਂ ਮੈਡੀਟੇਸ਼ਨ ਨੂੰ ਸਮਝੀਏ ਤਾਂ ਇਹਦੇ ਵਿੱਚ ਆਪਾਂ ਫੋਕਸ ਹੀ ਤਾਂ ਲਾਉਨੇ ਆ, ਚਾਹੇ ਉਹ ਕਿਸੇ ਚੱਕਰਾਸ ਤੇ ਹੋਵੇ, ਚਾਹੇ ਉਹ ਤੁਹਾਡੇ ਬ੍ਰੈਥ ਵਰਕ ਤੇ ਹੋਵੇ, ਤੇ ਚਾਹ ਕਿਸੇ ਨਾਮ ਨੂੰ ਚੈਂਟ ਕਰਨ ਤੇ ਹੋਵੇ। ਹੁਣ ਜਿਹੜਾ ਤੁਸੀਂ ਇਹ ਫੋਕਸ ਲਾ ਰਹੇ ਹੋ ਕਿ ਇਹ ਤੁਹਾਡੇ ਥਾਟ ਤੋਂ ਬਗੈਰ ਹੈ, ਇੱਕ ਥਾਟ ਨੇ ਕਿਹਾ ਕਿ ਤੂੰ ਮੈਡੀਟੇਸ਼ਨ ਕਰ, ਹੁਣ ਜਿਸਨੇ ਇਹ ਕਮਾਂਡ ਦਿੱਤੀ ਹੈ ਉਹੀ ਹੁਣ ਮੈਡੀਟੇਸ਼ਨ ਕਰ ਰਿਹਾ। ਉਹੀ ਥਾਟ ਨੇ ਡਿਪਰੈਸ਼ਨ ਨਾਲ ਇੱਕ ਘੁੱਗੀ ਰੋਕ ਕੇ ਤੁਹਾਡੇ ਦਿਮਾਗ ਦੇ ਵਿੱਚ ਹੁਣ ਮੈਡੀਟੇਸ਼ਨ ਤੇ ਫੋਕਸ ਲਾਉਣ ਨੂੰ ਕਿਹਾ ਹੈ। ਉਸੇ ਮੈਡੀਟੇਸ਼ਨ ਦੇ ਵਿੱਚ ਤੁਸੀਂ ਦੋ ਅੱਖਾਂ ਦੇ ਵਿੱਚ ਫੋਕਸ ਲਾਵੋਗੇ। ਹੁਣ ਥਾਟ ਹਜੇ ਵੀ ਤੁਹਾਡਾ ਉੱਥੇ ਹੀ ਹੈ, ਸਰੀਰ ਦੀ ਕਮਾਂਡ ਹਜੇ ਵੀ ਉਹੀ ਥਾਟ ਦੇ ਵਿੱਚ ਹੈ। ਹੁਣ ਜਦ ਤੁਸੀਂ 30-40 ਮਿੰਟ ਮੈਡੀਟੇਸ਼ਨ ਕਰਕੇ ਉੱਠੋਗੇ, ਨਾਲ ਦੀ ਨਾਲ ਹੀ ਉਸੇ ਥਾਟ ਨੇ ਤੁਹਾਨੂੰ ਉਹ ਮੈਡੀਟੇਸ਼ਨ ਨੂੰ ਐਕਸਪਲੇਨ ਕਰਨ ਲੱਗ ਜਾਣਾ। ਉਹ ਬੈਠ ਕੇ ਜੋ ਸ਼ਾਂਤੀ ਮਿਲੀ ਸੀ ਉਹਨੂੰ ਐਕਸਪਲੇਨ ਕਰਨ ਲੱਗ ਜਾਣਾ, ਜਿੱਦਾਂ ਦੀ ਫੀਲ ਆਈ ਸੀ ਉਹਨੂੰ ਐਕਸਪਲੇਨ ਕਰਨ ਲੱਗ ਜਾਣਾ। ਥਾਟ ਹਜੇ ਵੀ ਉਹਦੇ ਵਿੱਚ ਹੀ ਹੈ, ਉਹ ਥਾਟ ਹਜੇ ਫਿਨਿਸ਼ ਨਹੀਂ ਹੋਇਆ। ਜਿਹਦੇ ਕਰਕੇ ਅਸੀਂ ਮੈਡੀਟੇਸ਼ਨ ਸ਼ੁਰੂ ਕੀਤੀ ਸੀਗੀ ਉਹਦੀ ਇੱਕ ਸਿਰਫ ਕਾਪੀ ਹੀ ਬਣੀ ਹੈ। ਡਿਪਰੈਸ਼ਨ ਵਾਲਾ ਥਾਟ ਹਜੇ ਵੀ ਉੱਥੇ ਹੀ ਹੈ। ਜਦੋਂ ਨਾਰਮਲ ਡੇ ਦੇ ਵਿੱਚ ਤੁਸੀਂ ਰੋਜ਼ ਕੰਮ ਕਰਨ ਲੱਗ ਜਾਓਗੇ, ਫਿਰ ਉਹੀ ਥਾਟ ਤੁਹਾਡੇ ਦਿਮਾਗ 'ਚ ਵਿੱਚ ਖੇਡੀ ਜਾਊਗਾ। ਹੁਣ ਇੱਕ ਥਾਟ ਸੀਗਾ ਓਰੀਜਨਲੀ ਜਿਹੜਾ ਕਿ ਸੀ ਡਿਪਰੈਸ਼ਨ ਵਾਲਾ, ਉਹ ਤੋਂ ਬਣਿਆ ਮੈਡੀਟੇਸ਼ਨ ਵਾਲਾ, ਮੈਡੀਟੇਸ਼ਨ 2-3 ਹੋਰ ਬਣ ਗਏ, 2 ਤੋਂ 4, 4 ਤੋਂ 6, 8, 10, 12, ਪਤਾ ਹੀ ਨਹੀਂ ਕਿੰਨੇ ਕੁ ਬਣ ਜਾਂਦੇ ਆ। ਇਸੇ ਕਰਕੇ ਥਾਟ ਵਾਲੀ ਮੈਡੀਟੇਸ਼ਨ ਇਜ਼ ਵਰਥਲੈਸ ਐਂਡ ਮੈਡੀਟੇਸ਼ਨ ਵਿਦਆਊਟ ਥਾਟਸ ਇਟ ਇਜ਼ ਨਾਟ ਪੋਸੀਬਲ ਟੂ ਐਕਸਪਲੇਨ ਦੈਟ। ਉਹ ਤਾਂ ਕਰਕੇ ਬਿਕੋਜ਼ ਉਸ ਮੈਡੀਟੇਸ਼ਨ ਦੇ ਵਿੱਚ ਸਿਰਫ ਚੁੱਪ ਹੀ ਹੈ, ਕੋਈ ਨੋਇਸ ਜਾਂ ਕੋਈ ਥਾਟਸ ਨਹੀਂ ਹੈਗੇ। ਜਦ ਹੁਣ ਦਿਮਾਗ ਦੇ ਵਿੱਚ ਚੁੱਪ ਆਉਂਦੀ ਹੈ, ਉਹ ਤਾਂ ਸਿਰਫ ਉਹੀ ਦਿਮਾਗ ਜਾਣਦਾ ਜਾਂ ਉਹੀ ਇਨਸਾਨ ਜਾਣਦਾ ਜਿਹਦੇ ਦਿਮਾਗ 'ਚ ਚੁੱਪ ਆ, ਤੇ ਉਹਨੂੰ ਐਕਸਪਲੇਨ ਵੀ ਉਹੀ ਮਾਈਂਡ ਕਰ ਸਕਦਾ। ਹੁਣ ਐਕਸਪਲੇਨ ਵੀ ਕਿਸੇ ਬਗਾਨੇ ਨੂੰ ਨਹੀਂ ਕਰ ਸਕਦੇ, ਉਹ ਐਕਸਪਲੇਨ ਸਿਰਫ ਤੁਸੀਂ ਆਪਣੇ ਆਪ ਨੂੰ ਹੀ ਕਰੋਗੇ। ਜਿਹੜੇ ਤੁਹਾਨੂੰ ਇਹ ਦੱਸ ਰਹੇ ਆ ਉਹਨਾਂ ਤੋਂ ਬਚੋ, ਨਾਲੇ ਬਚੋ ਉਹਨਾਂ ਤੋਂ ਜਿਹੜੇ ਮੈਡੀਟੇਸ਼ਨ ਨੂੰ ਰੱਬ ਜਾਂ ਧਰਮ ਨਾਲ ਜੋੜਦੇ ਆ। ਵੇਖੋ, ਇੱਕ ਇਨਸਾਨ ਦੇ ਕੁਝ ਬਣਨ ਦੀ ਤਮੰਨਾ ਤੇ ਸਾਰਾ ਕੁਝ ਜਾਣਨ ਦੀ ਉਤਸੁਕਤਾ ਦੇ ਵਿੱਚ ਹੀ ਫਿਰ ਉਹ ਰੱਬ ਨੂੰ ਜਨਮ ਦਿੰਦਾ ਆ। ਰੱਬ ਕਿਹਨੇ ਬਣਾਇਆ, ਕਿਵੇਂ ਬਣਾਇਆ, ਕਿਉਂ ਬਣਾਇਆ, ਰੱਬ ਹੈ ਕਿ ਨਹੀਂ ਹੈ, ਧਰਮ ਦਾ ਅਸਲ ਮਤਲਬ ਕੀ ਹੈ, what do you mean by spirituality and what does it mean to be religious। ਆਜੋ ਅੱਜ ਇਸ ਬਾਰੇ ਆਪਾਂ ਗੱਲ ਕਰਦੇ ਹਾਂ। ਵੇਖੋ, ਮੈਂ
ਹਿਸਟਰੀ ਦੀ ਬੁੱਕਸ ਪੜ੍ਹ ਕੇ ਤੁਹਾਨੂੰ ਦੱਸ ਸਕਦਾ ਹਾਂ, ਤੁਹਾਡੇ ਅੱਗੇ ਰੱਖ ਸਕਦਾ ਹਾਂ ਚੀਜ਼ਾਂ ਕਿ ਆਹ ਧਰਮ ਉਦੋਂ ਬਣਿਆ ਤੇ ਉਹ ਧਰਮ ਇਦਾਂ ਬਣਿਆ, ਬਟ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਨਾ ਹੀ ਮੈਨੂੰ ਹਿਸਟਰੀ ਦੀ ਨੌਲੇਜ ਨਾਲ ਕੋਈ ਲੈਣਾ ਦੇਣਾ ਆ। ਕਿਸੇ ਵੀ ਧਰਮ ਦਾ ਨਾਂ ਲੈ ਕੇ ਗੱਲ ਕਰਨ ਦੇ ਵਿੱਚ ਮੈਂ ਥੋੜਾ ਜਿਹਾ ਝਿਜਕਦਾ ਆ, ਕਿਉਂਕਿ ਹਰ ਇੱਕ ਧਰਮ ਨਾਲ ਕਿਸੇ ਨਾ ਕਿਸੇ ਬੰਦੇ ਦੀਆਂ ਕੁਛ ਨਾ ਕੁਛ ਭਾਵਨਾਵਾਂ ਜੁੜੀਆਂ ਹੁੰਦੀਆਂ। I don't want to say anything, so I will be very careful in this episode। ਹਰ ਇੱਕ ਇਨਸਾਨ ਖੁਆਇਸ਼ਾਂ ਦਾ ਕੁੱਜਾ ਆ। ਉਹਨੂੰ ਇਹ ਲੱਗਦਾ ਕਿ ਮੈਂ ਇਹ ਵੀ ਬਣ ਜਾ, ਮੈਂ ਇਹ ਵੀ ਹਾਸਲ ਕਰ ਲਾਂ ਤੇ ਮੈਨੂੰ ਹਰ ਇੱਕ ਚੀਜ਼ ਬਾਰੇ ਪਤਾ ਹੋਵੇ। ਤੁਸੀਂ ਏਦਾਂ ਬਿਹੇਵ ਆਪਣੀ ਸੋਚ ਤੇ ਥਾਟਸ ਨਾਲ ਹੀ ਕਰਦੇ ਹੋ। ਜੇ ਸੋਚ ਆ ਤੇ ਸੋਚ ਦੀ ਇੱਕ ਹੱਦ ਵੀ ਹੈ, ਜੋ ਹੱਦ ਤੁਸੀਂ ਥਾਟਸ ਨਾਲ ਕਦੇ ਪਾਰ ਨਹੀਂ ਕਰ ਸਕਦੇ। ਹਰ ਇੱਕ ਇਨਸਾਨ ਆਪਣੀ ਪ੍ਰੀ ਆਕੂਪਾਈਡ ਨੌਲੇਜ ਨਾਲ ਹੀ ਤਾਂ ਸੋਚਦਾ, ਤੇ ਜਦ ਉਸ ਦੀ ਸੋਚ ਕੋਲ ਹਰ ਇੱਕ ਚੀਜ਼ ਦਾ ਜਵਾਬ ਨਹੀਂ ਨਾ ਹੁੰਦਾ ਤਾਂ ਫਿਰ ਉਹ ਆਪਣੇ ਤੋਂ ਇੱਕ ਵੱਡੀ ਚੀਜ਼ ਲੱਭਦਾ ਤੇ ਉਹਦੇ ਉੱਪਰ ਗੱਲਾਂ ਥੋਪਣੀਆਂ ਸ਼ੁਰੂ ਕਰ ਦਿੰਦਾ। ਕਿਉਂਕਿ ਆਪਾਂ ਥਾਟਸ ਨਾਲ ਚੱਲਦੇ ਆ ਤਾਂ ਥਾਟਸ ਦੇ ਵਿੱਚ ਆਲਵੇਜ਼ ਕੋਈ ਨਾ ਕੋਈ ਇੰਟੈਂਸ਼ਨਸ ਤਾਂ ਹੁੰਦੀਆਂ ਹੀ ਹੁੰਦੀਆਂ, ਤੇ ਜਦ ਇਨਸਾਨ ਆਪਣੇ ਤੋਂ ਉੱਪਰ ਕਿਸੇ ਵੱਡੀ ਚੀਜ਼ ਦੇ ਉੱਪਰ ਗੱਲ ਸਿੱਟ ਦਿੰਦਾ ਤਾਂ ਉਹਨੂੰ ਇਹ ਲੱਗਦਾ ਕਿ ਮੇਰੇ ਕੋਲ ਇਸ ਗੱਲ ਦਾ ਵੀ ਹੁਣ ਹੱਲ ਹੈਗਾ। ਤੇ ਹੁਣ ਜਦ ਵੀ ਉਹਦੀ ਕੋਈ ਗੱਲ ਪੂਰੀ ਨਹੀਂ ਹੁੰਦੀ ਤੇ ਉਹ ਰੱਬ ਦੀ ਮਰਜ਼ੀ ਤੇ ਗੱਲ ਸਿੱਟਦਾ। ਜਦ ਵੀ ਉਹਦਾ ਕੁਝ ਬਣਦਾ ਨਹੀਂ ਹੈਗਾ ਉਦੋਂ ਵੀ ਉਹ ਫਿਰ ਰੱਬ ਦੇ ਉੱਪਰ ਹੀ ਸਿੱਟਦਾ, ਤੇ ਜਦ ਉਹਨੂੰ ਕੁਝ ਹਾਸਲ ਵੀ ਨਹੀਂ ਹੁੰਦਾ ਤੇ ਉਦੋਂ ਵੀ ਇਹ ਗੱਲ ਫਿਰ ਰੱਬ ਦੇ ਉੱਪਰ ਹੀ ਸਿੱਟਦਾ। ਇਨਸਾਨ ਹਜੇ ਵੀ ਆਪਣੀ ਗੱਲ ਪੁਗਾ ਰਿਹਾ ਆ, ਜਿਹੜੀ ਕੀ ਹੈ ਕਿ ਮੈਨੂੰ ਸਭ ਕੁਝ ਪਤਾ, ਤੇ ਜਿਹੜੀ ਮੇਰੀ ਗੱਲ ਪੂਰੀ ਨਹੀਂ ਹੋਈ, ਜਿਹਦੇ ਕੋਲ ਮੇਰਾ ਕੋਈ ਜਵਾਬ ਨਹੀਂ ਹੈਗਾ, ਉਹ ਹੁਣ ਮੈਂ ਰੱਬ ਤੇ ਗੱਲ ਸਿੱਟਤੀ ਕਿਉਂਕਿ ਉਹ ਤਾਂ ਮੇਰੇ ਤੋਂ ਵੀ ਜ਼ਿਆਦਾ ਪਾਵਰਫੁਲ ਆ। ਕੈਨ ਯੂ ਸੀ ਹਾਊ ਯੋਰ ਮਾਈਂਡ ਐਂਡ ਥਾਟਸ ਆਰ ਪਲੇਇੰਗ ਵਿਦ ਯੂ? ਰੱਬ ਨੂੰ ਬਣਾਇਆ ਕਿਸਨੇ? ਇਨਸਾਨ ਦੇ ਦਿਮਾਗ ਨੇ ਹੀ ਨਾ। ਰੱਬ ਦੀ ਡੈਫੀਨੇਸ਼ਨ ਕੀ ਹੈ? ਜੋ ਬਹੁਤ ਪਾਵਰਫੁਲ ਆ, ਯੂਨੀਵਰਸ ਉਸ ਦੇ ਕੰਟਰੋਲ ਵਿੱਚ ਆ, ਉਹਨੇ ਪਹਿਲਾਂ ਹੀ ਸਾਰਾ ਕੁਝ ਲਿਖਿਆ ਹੋਇਆ। ਜਨਮ ਦੇਣ ਵਾਲਾ ਵੀ ਉਹੀ ਤੇ ਮੌਤ ਦੇਣ ਵਾਲਾ ਵੀ ਉਹੀ, ਉਹ ਸਾਰਾ ਕੁਝ ਹੀ ਜਾਣਦਾ। ਹੁਣ ਇਹ ਡੈਫੀਨੇਸ਼ਨ ਸਾਡੇ ਕੋਲ ਆਈ ਕਿੱਥੋਂ? ਸਾਡੇ ਮਾਪਿਓ ਤੋਂ, ਸਾਡੇ ਕਲਚਰ ਤੋਂ, ਸਾਡੇ ਰਿਲੀਜਨ ਤੋਂ, ਸਾਡੀ ਐਜੂਕੇਸ਼ਨ ਤੋਂ, ਸਾਡੀ ਨੌਲੇਜ ਤੋਂ ਤੇ ਸਾਡੇ ਥਾਟਸ ਤੋਂ। ਕੀ ਤੁਸੀਂ ਇਹ ਸਾਰਾ ਕੁਝ ਥਾਟ ਤੋਂ ਬਗੈਰ ਸੋਚ ਸਕਦੇ ਹੋ ਜਾਂ ਯਾਦ ਕਰ ਸਕਦੇ ਹੋ? ਜਵਾਬ ਤਾਂ ਨਾ ਹੀ ਹੋਏਗਾ ਨਾ। ਕੀ ਜੇ ਤੁਹਾਡੇ ਕੋਲ ਸਾਰਾ ਕੁਝ ਜਾਣਨ ਦੀ, ਪਾਉਣ ਦੀ, ਬਣਾਉਣ ਦੀ ਖੁਆਇਸ਼ ਨਾ ਹੋਵੇ ਕਿ ਫਿਰ ਵੀ ਤੁਹਾਨੂੰ ਰੱਬ ਦੀ ਲੋੜ ਪਊਗੀ? ਇਸ ਗੱਲ ਦਾ ਜਵਾਬ ਤਾਂ ਤੁਸੀਂ ਆਪਣੇ ਕੋਲੋਂ ਮੰਗ ਸਕਦੇ ਹੋ ਨਾ। ਕੀ ਰੱਬ ਕਿਸੇ ਅੰਧ ਵਿਸ਼ਵਾਸ ਤੋਂ ਘੱਟ ਹੈ? ਆਪਾਂ ਬਹੁਤ ਵਾਰ ਸੁਣਿਆ ਕਿ ਲੋਕ ਬਾਬਿਆਂ, ਡੇਰਿਆਂ, ਸਾਧੂਆਂ, ਸਾਈਆਂ, ਮੜੀਆਂ, ਮਸੀਤਾਂ, ਧਾਗੇ, ਟੂਣਿਆਂ, ਕਾਲੇ ਜਾਦੂਆਂ, ਜੋਸ਼ੀਆਂ ਪਿੱਛੇ ਲੱਗੇ ਹੋਏ ਆ ਕਿ ਇਹ ਸਭ ਦੇ ਸਭ ਪਾਗਲ ਨੇ, ਇਹਨਾਂ ਦੇ ਦਿਮਾਗ ਹਿੱਲੇ ਹੋਏ ਨੇ। ਇੱਥੇ ਤਾਂ ਤੁਸੀਂ ਐਗਰੀ ਕਰੋਗੇ ਨਾ ਕਿ ਇਹ ਆਪਾਂ ਨੇ ਬੜਾ ਕੁਝ ਸੁਣਿਆ ਆ। ਹੁਣ ਇੱਕ ਗੱਲ ਆਪਣੇ ਕੋਲੋਂ ਪੁੱਛ ਲਓ ਕਿ ਜੇ ਉਹ ਆਪਣੇ ਅੰਧ ਵਿਸ਼ਵਾਸ ਕਰਕੇ ਕਿਸੇ ਪਿੱਛੇ ਲੱਗੇ ਹੋਏ ਆ ਤਾਂ ਤੁਸੀਂ ਵੀ ਤਾਂ ਕਿਸੇ ਰੱਬ ਨਾਂ ਦੇ ਅੰਧ ਵਿਸ਼ਵਾਸ ਪਿੱਛੇ ਲੱਗੇ ਹੋਏ ਹੋ। ਕੀ ਸਾਡਾ ਰੱਬ ਅੰਧ ਵਿਸ਼ਵਾਸ ਨਹੀਂ ਹੈ? ਜਦ ਤੁਸੀਂ ਰੱਬ ਨੂੰ ਮਿਲੇ ਹੀ ਨਹੀਂ, ਗੱਲਬਾਤ ਕੀਤੀ ਹੋਈ ਨਹੀਂ, ਵੇਖਿਆ ਹੀ ਨਹੀਂ, ਤਾਂ ਫਿਰ ਅੰਧ ਵਿਸ਼ਵਾਸ ਹੀ ਹੈ ਨਾ। ਤੁਹਾਡੇ ਰੱਬ ਦਾ ਨਾਮ ਵੱਖਰਾ ਆ ਤੇ ਦੂਜੇ ਇਨਸਾਨਾਂ ਦੇ ਰੱਬ ਦਾ ਨਾਮ ਵੱਖਰਾ ਆ ਤੇ ਤਰੀਕਾ ਵੱਖਰਾ ਆ, ਤੇ ਫਿਰ ਇੱਕ ਨੂੰ ਗਾਲਾਂ ਜ਼ਿਆਦਾ ਕਿਉਂ ਤੇ ਦੂਜੇ ਨੂੰ ਗਾਲਾਂ ਘੱਟ ਕਿਉਂ? ਹੈਗਾ ਤਾਂ ਸਾਰਿਆਂ ਦਾ ਹੀ ਅੰਧ ਵਿਸ਼ਵਾਸ ਹੈ ਨਾ। ਹੁਣ ਜੇ ਤੁਸੀਂ ਕਹੋਗੇ ਕਿ ਮੈਂ ਤਾਂ ਜੀ ਆਹ ਨਾਮ ਜਪਦਾ ਤੇ ਆਹ ਪਾਠ ਪੂਜਾ ਕਰਦਾ, ਤਾਂ ਇਹਦੇ ਵਿੱਚ ਸੋਚਣ ਵਾਲੀ ਗੱਲ ਤੇ ਇਹੀ ਹੈ ਕਿ ਇੱਕ ਤਰੀਕਾ ਹੀ ਬਦਲਿਆ ਹੋਇਆ ਨਾ, ਇੱਕ ਪਾਠ ਪੂਜਾ ਕਰਨ ਦਾ ਵੇ ਹੀ ਤਾਂ ਬਦਲਿਆ ਹੋਇਆ। ਤੇ ਇੱਕ ਸਵਾਲ ਆਪਣੇ ਕੋਲ ਇਹ ਵੀ ਪੁੱਛੋ ਕਿ ਜੇ ਮੈਂ ਰੱਬ ਦਾ ਨਾਮ ਹਟਾ ਕੇ ਕੋਈ ਹੋਰ ਨਾਮ ਇਹਦੇ ਵਿੱਚ ਲਾ ਦਾਂ ਤੇ ਉਹਦੇ ਨਾਲ ਕੋਈ ਫਰਕ ਪਵੇਗਾ ਕਿ ਨਹੀਂ ਪਵੇਗਾ? ਜੇ ਨਹੀਂ ਪਏਗਾ ਤਾਂ ਫਿਰ ਐਫਰਮੇਸ਼ਨਸ ਕੀ ਨੇ? ਐਫਰਮੇਸ਼ਨਸ ਵੀ ਤਾਂ ਇੱਕ ਤਰ੍ਹਾਂ ਦਾ ਚੈਂਟ ਹੀ ਹੁੰਦਾ ਆ, ਜਿਹਦੇ ਵਿੱਚ ਤੁਸੀਂ ਕੁਝ ਗੱਲਾਂ ਰਿਪੀਟ ਤੇ ਬੋਲਦੇ ਹੋ। ਉਹਦੇ ਨਾਲ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਨਾਲ ਮੇਰੇ 'ਚ ਪੋਜ਼ਿਟਿਵ એનર્ਜੀ ਆਊਗੀ, ਜੋ ਮੈਂ ਕਹਿ ਰਿਹਾ ਆ ਉਹ ਪੂਰਾ ਹੋ ਜਾਊਗਾ। ਹੁਣ ਜੇ ਆਪਾਂ ਐਫਰਮੇਸ਼ਨ ਦੇ ਵਿੱਚ ਬਿਲੀਵ ਕਰਦੇ ਆ ਤਾਂ ਫਿਰ ਜਿਹੜਾ ਨਾਮ ਜਪਦੇ ਆ ਉਸ ਨਾਮ ਨੂੰ ਹਟਾ ਕੇ ਕੋਈ ਹੋਰ ਨਾਮ ਦੇ ਉੱਪਰ 30-40 ਮਿੰਟ ਲਾਏ ਜਾਣ ਕਿ ਉਹਦੇ ਨਾਲ ਫਰਕ ਨਹੀਂ ਪਵੇਗਾ? ਥਾਟਸ ਨੂੰ ਡਿਸਟਰੈਕਟ ਹੀ ਤਾਂ ਕਰਨਾ, ਕਿਸੇ ਨਾਮ ਦੇ ਉੱਪਰ ਫੋਕਸ ਹੀ ਤਾਂ ਕਰਨਾ, ਮੂਰਖ ਹੀ ਤਾਂ ਬਣਾਉਣਾ ਹੈ ਆਪਣੇ ਆਪ ਨੂੰ। ਅੰਧ ਵਿਸ਼ਵਾਸ ਦੇ ਵਿੱਚ ਹੀ ਤਾਂ ਜਾਣਾ ਆਪਾਂ ਨੇ। ਹੁਣ 30-40 ਮਿੰਟ ਹਰ ਰੋਜ਼ ਦੇ ਕਿਸੇ ਹੋਰ ਦਾ ਨਾਮ ਹਟਾ ਕੇ ਆਪਣਾ ਨਾਮ ਜਪਣ ਲੱਗ ਜਾਓ, ਫਿਰ ਵੇਖੋ ਕਿ ਫਰਕ ਪੈਂਦਾ ਹੈ ਕਿ ਨਹੀਂ ਪੈਂਦਾ ਆ। ਜਵਾਬ ਤਾਂ ਅਸੀਂ ਆਪਣੇ ਆਪ ਨੂੰ ਦੇਣਾ ਹੈ ਨਾ। ਜੇ ਇੱਕ ਪੱਥਰ ਜੇ ਰੱਬ ਹੋ ਸਕਦਾ ਤੇ ਫਿਰ ਤੇ ਤੁਸੀਂ ਜਿਉਂਦੇ ਜਾਗਦੇ ਇਨਸਾਨ ਹੋ। ਆਪਣਾ ਨਾਮ ਲੈ ਕੇ ਕੋਈ ਗੁਨਾਹ ਤਾਂ ਨਹੀਂ ਹੋਣ ਲੱਗਾ। ਗੱਲ ਫਿਰ ਸੋਚਦੇ ਹੀ ਆ ਗਈ ਨਾ। ਇਹ ਕਿੱਦਾਂ ਹੋ ਜਾਂਦਾ ਕਿ ਇੱਕ ਇਨਸਾਨ ਪੱਥਰ 'ਚ ਪਰਮਾਤਮਾ ਨੂੰ ਲੱਭ ਲੈਂਦਾ? ਇਹ ਕਿੱਦਾਂ ਹੋ ਜਾਂਦਾ ਹੈ ਕਿ ਇੱਕ ਇਨਸਾਨ ਦੂਜੇ ਇਨਸਾਨ 'ਚ ਰੱਬ ਲੱਭ ਲੈਂਦਾ? ਇਹ ਕਿੱਦਾਂ ਹੋ ਜਾਂਦਾ ਕਿ ਇਹ ਜੋਤ ਦੇ ਵਿੱਚ ਉਹਨੂੰ ਪਰਮਾਤਮਾ ਵਿਖ ਜਾਂਦਾ? ਜੇ ਰੱਬ ਹੈਗਾ ਤਾਂ ਫਿਰ ਉਹ ਕਿਸ ਤਰ੍ਹਾਂ ਦਾ ਵਿਖਦਾ? ਕੀ ਉਹਦਾ ਆਕਾਰ ਆ? ਅੱਗ ਵਰਗਾ ਆ, ਜੋਤੀ ਵਰਗਾ ਆ, ਪਾਣੀ ਵਰਗਾ ਆ, ਇਨਸਾਨ ਵਰਗਾ ਆ? ਇਹ ਅੰਦਾਜ਼ਾ ਆਪਾਂ ਕਿੱਦਾਂ ਲਾ ਲੈਂਦੇ ਆ? ਹੁਣ ਆਪਾਂ ਤੇ ਇਹੀ ਗੱਲ ਕਰਦੇ ਆ ਨਾ ਕਿ ਸਾਡੇ ਸਿਆਣੇ ਪਹਿਲਾਂ ਕਹਿ ਗਏ ਨੇ ਜੀ, ਉਦਾਂ ਹੀ ਅਸੀਂ ਕਰਦੇ ਆ। ਸਿਆਣਿਆਂ ਦੀ ਗੱਲ ਤੇ ਕਿੰਤੂ ਪਰੰਤੂ ਨਹੀਂ ਕਰੀਦਾ। ਕਦੀ ਇਹ ਸੋਚਿਆ ਕਿ ਜਿੱਦਣ ਆਪਾਂ
ਮਰੇ ਤੇ ਮਰਨ ਤੋਂ ਬਾਅਦ ਆਪਾਂ ਨੂੰ ਇਹ ਪਤਾ ਲੱਗਿਆ ਕਿ ਐਸਾ ਹੀ ਕੋਈ ਚੀਜ਼ ਹੀ ਨਹੀਂ ਹੈ। ਸਾਰੀ ਇਨਸਾਨੀ ਜੂਨ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਕੱਢਤੀ, ਡਰ ਕੇ, ਸਹਿਮ ਕੇ, ਪਾਠ ਪੂਜਾ ਕਰਕੇ। ਉੱਥੇ ਜਾ ਕੇ ਪਤਾ ਲੱਗਿਆ ਇਦਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ। ਇੱਕ ਜੂਨ ਮਿਲੀ ਸੀ, ਉਹ ਵੀ ਅਸੀਂ ਅੰਧ ਵਿਸ਼ਵਾਸਾਂ ਦੇ ਵਿੱਚ ਕੱਢਤੀ। ਜੇ ਸੋਚਿਆ ਵੀ ਜਾਵੇ ਤੇ ਕਹਿੰਦੇ ਨੇ ਨਾ, ਮੈਂ ਉਹੀ ਗੱਲ ਕਰਦਾ ਕਿ ਮੈਂ ਇਹਨਾਂ ਸਿਆਣਿਆਂ ਦੀ ਗੱਲਾਂ ਦੇ ਵਿੱਚ ਨਹੀਂ ਪੈਂਦਾ ਹੈਗਾ, ਪਰ ਉਹ ਕਹਿੰਦੇ ਨੇ ਕਿ ਇਨਸਾਨੀ ਜਾਮਾ ਸਭ ਨਾਲੋਂ ਵਧੀਆ ਹੁੰਦਾ ਆ। ਤਾਂ ਫਿਰ ਅਹੀ ਤਾਂ ਇਹ ਜੂਨ ਤਾਂ ਹੀ ਕੱਢਤੀ, ਡਰ ਸਹਿਮ ਗਈ। ਉੱਪਰ ਜਾ ਕੇ ਪਤਾ ਲੱਗਿਆ ਨਾ ਹੀ ਉੱਥੇ ਕੋਈ ਸਿਆਣਾ ਸੀਗਾ, ਨਾ ਹੀ ਉੱਥੇ ਕੋਈ ਧਰਮ ਸੀਗਾ, ਤੇ ਨਾ ਹੀ ਉੱਥੇ ਕੋਈ ਰੱਬ ਸੀਗਾ। ਹੁਣ ਧਰਮ ਤੋਂ ਮੈਨੂੰ ਗੱਲ ਚੇਤੇ ਆਈ ਕਿ ਡੂ ਵੀ ਰੀਲੀ ਨੋ ਦ ਮੀਨਿੰਗ ਆਫ ਰਿਲੀਜਨ? ਧਰਮ ਕੀ ਹੈ, ਸਪਿਰਚੁਅਲਿਟੀ ਕੀ ਹੈ? ਧਰਮ ਇੱਕ ਸੈਟ ਪੈਰਾਮੀਟਰਸ ਹੁੰਦੇ ਨੇ ਜਿਹੜੇ ਕਿ ਬਲੀਵਸ, ਐਜੂਕੇਸ਼ਨ, ਨੌਲੇਜ ਦਾ ਇੱਕ ਮਿਕਸਚਰ ਹੁੰਦਾ ਆ, ਜੋ ਤੁਹਾਨੂੰ ਹੈਲਪ ਕਰਦਾ ਆ ਰੱਬ ਨੂੰ ਪਾਉਣ ਵਾਸਤੇ ਜਾਂ ਤੁਹਾਡੇ ਇਨਰ ਵਰਕ ਵਾਸਤੇ। ਹੁੰਦੇ ਉਹ ਸੈਟ ਪੈਰਾਮੀਟਰਸ ਹੀ ਨੇ, ਉਹਨਾਂ ਦੇ ਵਿੱਚ ਹੀ ਰੱਬ ਮਿਲਦਾ ਆ। Spirituality on the other hand has nothing to do with God, has nothing to do with set parameters. Spirituality is being one with your soul or with your spirit. That is a connection between your spirit, your soul and your body, being free from everything. When you work as one, that is your spirituality. To attain that spirituality, you don't need any religion. Religion works for your connection with something that is greater than you, and spirituality is your connection within yourself. ਜੇ ਆਪਾਂ ਰਿਲੀਜਨ ਵਾਲੇ ਧਰਮ ਤੋਂ ਦੂਰ ਹੋਈਏ ਤਾਂ ਉਂਝ ਕਿਸੇ ਨੂੰ ਵੇਖੀਏ ਉਹ ਸੈਟ ਪੈਰਾਮੀਟਰਸ ਨੂੰ ਫੋਲੋ ਕਰੇ ਦਿਲੋਂ, ਉਹਨੂੰ ਧਰਮੀ ਹੀ ਕਹਿੰਦੇ ਆ। ਹੁਣ ਚਾਹੇ ਉਹ ਪੈਰਾਮੀਟਰ ਕਿਸੇ ਰਿਲੀਜਨ ਦੇ ਹੋਣ, ਕਿਸੇ ਆਰਗੇਨਾਈਜੇਸ਼ਨ ਦੇ ਹੋਣ, ਕਿਸੇ ਦੇ ਪਰਸਨਲ ਬਲੀਵਸ ਹੋਣ, ਕਿਸੇ ਕੰਟਰੀ ਦਾ ਲਾਅ ਹੋਵੇ, ਉਸ ਨੂੰ ਦਿਲੋਂ ਮੰਨਣ ਵਾਲਾ ਉਹ ਧਰਮੀ ਹੀ ਹੁੰਦਾ ਆ। ਇਸ ਐਪੀਸੋਡ ਦੇ ਸ਼ੁਰੂ ਦੇ ਵਿੱਚ ਮੈਂ ਕਿਹਾ ਸੀ ਜਿਹੜਾ ਵੀ ਮੈਂ ਕੁਝ ਬੋਲ ਰਿਹਾ ਆ ਇਹ ਬਹੁਤ ਸੋਚ ਸਮਝ ਕੇ ਬੋਲ ਰਿਹਾ। ਮੈਂ ਨਹੀਂ ਚਾਹੁੰਦਾ ਕਿ ਮੇਰਾ ਬੋਲਣ ਨਾਲ, ਮੇਰੇ ਕੁਝ ਕਹਿਣ ਨਾਲ, ਕਿਸੇ ਧਰਮ ਦੇ ਨਾਂ ਲੈਣ ਨਾਲ ਕਿਸੇ ਦੀਆਂ ਫੀਲਿੰਗਸ ਹਰਟ ਹੋਣ। ਪਰ ਜਦ ਆਪਾਂ ਆਪਣੇ ਆਪ ਨਾਲ ਖੁੱਲੇ ਦਿਲ ਨਾਲ, ਨਾ ਕਿਸੇ ਬਲੀਫਸ, ਨਾ ਕਿਸੇ ਐਜੂਕੇਸ਼ਨ, ਨਾ ਕਿਸੇ ਨੌਲੇਜ ਨਾਲ ਆਪਣੇ ਕੋਲੋਂ ਇਹ ਸਵਾਲ ਪੁੱਛਾਂਗੇ ਤਾਂ ਇਹਦੇ ਵਿੱਚੋਂ ਬੜੇ ਸਾਨੂੰ ਜਵਾਬ ਮਿਲਣਗੇ ਜੋ ਸਾਡੇ ਖਿਲਾਫ ਹੀ ਜਾਣਗੇ। ਬਸ ਰੌਲਾ ਇਹ ਹੈ ਕਿ ਜਿਹੜੀ ਸਾਡੀ ਕੰਡੀਸ਼ਨਿੰਗ ਆ, ਜਿਹੜਾ ਸਾਡਾ ਡਰ ਆ, ਇਹ ਸਾਨੂੰ ਇਹ ਸਵਾਲ ਪੁੱਛਣ ਨਹੀਂ ਦਿੰਦਾ ਹੈਗਾ। ਸਾਨੂੰ ਲੱਗਦਾ ਆ ਕਿ ਜੇ ਅਸੀਂ ਰੱਬ ਦੀ ਹੋਂਦ ਤੇ ਸਵਾਲ ਕੀਤਾ ਤਾਂ ਕਿਤੇ ਰੱਬ ਹੀ ਨਾ ਸਾਡੇ ਨਾਲ ਨਾਰਾਜ਼ ਹੋ ਜਾਵੇ। ਪਤਾ ਨਹੀਂ ਲੋਕ ਕੀ ਕਹਿਣਗੇ, ਸਾਡੇ ਮਾਪਿਓ ਕੀ ਕਹਿਣਗੇ, ਜਾਂ ਪੁਜਾਰੀ ਦਬਕਾ ਕੀ ਕਹੂਗਾ। ਇਹੀ ਡਰ ਸਾਨੂੰ ਅੰਦਰੋਂ ਖਾਂਦਾ ਰਹਿੰਦਾ। ਗੱਲ ਤਾਂ ਇੱਥੇ ਹੀ ਮੁੱਕਦੀ ਹੈ ਕਿ ਜਿਹੜਾ ਰੱਬ ਦਾ ਕਨਸੈਪਟ ਆ ਇਹ ਸਾਨੂੰ ਡਰਾਉਣ ਲਈ ਬਣਾਇਆ ਗਿਆ ਹੈ। ਹੁਣ ਜੇ ਤੁਹਾਡੇ ਰੱਬ ਦਾ ਕਨਸੈਪਟ ਲਈਏ ਵੀ ਕਿ ਇਹ ਸੀਰੀਅਸ ਕਨਸੈਪਟ ਆ, ਜਿੱਦਾਂ ਮੈਂ ਆਪਣੇ ਪਿਓ ਨੂੰ ਕੋਈ ਸਵਾਲ ਪੁੱਛੂੰਗਾ ਤਾਂ ਕਿ ਮੈਂ ਡਰੂੰਗਾ ਮੇਰਾ ਪਿਓ ਮੈਨੂੰ ਜੁੱਤੀਆਂ ਮਾਰੂਗਾ। ਜਿਹੜੇ ਲੋਕ ਰੱਬ ਨੂੰ ਮੰਨਦੇ ਆ ਉਹਨਾਂ ਲਈ ਤਾਂ ਰੱਬ ਪਿਓ ਹੀ ਹੈ ਨਾ। ਸਾਨੂੰ ਇਹ ਗੱਲਾਂ ਦੇ ਵਿੱਚ ਜਾਣਾ ਚਾਹੀਦਾ, ਸਮਝਣਾ ਚਾਹੀਦਾ। ਘੱਟੋ ਘੱਟ ਅਸੀਂ ਆਪਣੇ ਆਪ ਦੇ ਨੇ ਟੁਕੜੇ ਨਾ ਕਰੀਏ ਕਿ ਅਸੀਂ ਜੀ ਹੀ ਨਾ ਸਕੀਏ। ਨੈਕਸਟ ਵੀਕ ਸਾਡੇ ਚ ਪਏ ਟੁਕੜਿਆਂ ਦੀ, that is how badly we are divided, ਇਸ ਬਾਰੇ ਗੱਲ ਕਰਾਂਗੇ। ਉਹਨੇ ਟਾਈਮ ਤੱਕ ਲਈ ਸਤਿ ਸ੍ਰੀ ਅਕਾਲ।